ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਬੱਚੇ। ਅੱਛਾ, ਅਸੀਂ ਪਿੱਛੇ ਰੌਲਸ ਲਾ ਬਾਰੇ ਗੱਲ ਕਰ ਚੁੱਕੇ ਹਾਂ। ਫਾਰ ਵੋਲਾਟਾਈਲ ਕੰਪੋਨੈਂਟ ਮੈਨੂੰ ਪਤਾ ਤੁਸੀਂ ਉਹਦਾ ਡੈਰੀਵੇਸ਼ਨ ਕਰ ਲਿਆ ਹੋਏਗਾ। ਜੇ ਉਹਦੇ ਰਿਲੇਟਡ ਕੋਈ ਪ੍ਰੋਬਲਮ ਹੋਏਗੀ ਜਾਂ ਕੁਐਸਚਨ ਹੋਏਗਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਨੈਕਸਟ ਅਸੀਂ ਅੱਜ ਜਿਹੜਾ ਟੌਪਿਕ ਕਰਾਂਗੇ ਦੈਟ ਇਜ਼ ਰੌਲਸ ਲਾ ਫਾਰ ਲਿਕੁਇਡ ਸੋਲੂਸ਼ਨ ਕੰਟੇਨਿੰਗ ਨੋਨ ਵੋਲਾਟਾਈਲ ਸੋਲਿਊਟ। ਅਸੀਂ ਰੌਲਸ ਲਾ ਕਰਨਾ ਹੈ, ਲਿਕੁਇਡ ਸੋਲੂਸ਼ਨ ਬਾਰੇ ਕਰਨਾ ਵਾ, ਪਰ ਕਰਨਾ ਕਿਹਦੇ ਵਾਸਤੇ? ਕੰਟੇਨਿੰਗ ਨੋਨ ਵੋਲਾਟਾਈਲ ਸੋਲਿਊਟ। ਨੋਨ ਵੋਲਾਟਾਈਲ ਦੇਖੋ, ਵੋਲਾਟਾਈਲ ਦੇ ਤਾਂ ਵੇਪਰ ਬਣ ਜਾਂਦੇ ਆ, ਬਟ ਜਿਹੜਾ ਨੋਨ ਵੋਲਾਟਾਈਲ ਹੈ ਨਾ, ਇਹਦੇ ਵੇਪਰ ਨਹੀਂ ਬਣਨਗੇ। ਨੋਨ ਵੋਲਾਟਾਈਲ ਦੇ ਵੇਪਰ ਨਹੀਂ ਬਣਨਗੇ। The vapor pressure of solution will be the vapor pressure due to solvent only। ਹੁਣ ਮੈਂ ਇੱਕ ਗੱਲ ਪਹਿਲੇ ਵੀ ਤੁਹਾਨੂੰ ਦੱਸਦਾ ਕਿ ਇੱਕ ਮੇਰੇ ਕੋਲ ਮੰਨ ਲਓ ਇਸ ਬੀਕਰ ਦੇ ਵਿੱਚ ਸੋਲੂਸ਼ਨ ਸੋਲਵੈਂਟ ਹੈ ਤੇ ਇੱਕ ਵਿੱਚ ਸੋਲੂਸ਼ਨ। ਹੁਣ ਸੋਲਵੈਂਟ ਦੇ ਵਿੱਚ ਸੋਲਿਊਟ ਪਾਰਟੀਕਲ ਨਹੀਂ ਹੈਗੇ। ਸੋਲਵੈਂਟ ਦੇ ਵਿੱਚ ਸੋਲਿਊਟ ਪਾਰਟੀਕਲ ਨਹੀਂ ਹੈਗੇ, ਬਟ ਸੋਲੂਸ਼ਨ ਦੇ ਵਿੱਚ ਤਾਂ ਪ੍ਰੈਜ਼ੈਂਟ ਆ। ਤੇ ਅਸੀਂ ਕਹਿ ਰਹੇ ਹਾਂ ਸੋਲੂਸ਼ਨ ਵਿੱਚ ਹੈ ਵੀ ਨੋਨ ਵੋਲਾਟਾਈਲ ਸੋਲਿਊਟ ਆ, ਜਿਹਦੇ ਕਰਕੇ ਬੱਚੇ ਇਹਦਾ ਵੈਪਰ ਪ੍ਰੈਸ਼ਰ ਕੀ ਹੋਣਾ ਸ਼ੁਰੂ ਹੋ ਜਾਏਗਾ? ਡਿਕਰੀਜ਼ ਹੋ ਜਾਏਗਾ। ਬਿਕੋਜ਼ ਜਿਹੜੇ ਨੋਨ ਵੋਲਾਟਾਈਲ ਸੋਲਿਊਟ ਪਾਰਟੀਕਲ ਉਹ ਇੱਥੇ ਆਣਗੇ, ਸਰਫੇਸ ਏਰੀਆ ਡਿਕਰੀਜ਼ ਹੋਏਗਾ, ਜਿਹਦੇ ਕਰਕੇ ਇਹਦਾ ਵੈਪਰ ਪ੍ਰੈਸ਼ਰ ਡਿਕਰੀਜ਼ ਹੋਏਗਾ। ਬਟ ਸੋਲਵੈਂਟ ਦਾ ਵੈਪਰ ਪ੍ਰੈਸ਼ਰ ਜਿਹੜਾ ਆਲਵੇਜ਼ ਹਾਇਰ ਹੋਏਗਾ ਦੈਨ ਦੈਟ ਆਫ ਸੋਲੂਸ਼ਨ। ਪਹਿਲਾਂ ਤਾਂ ਇਹ ਕਨਸੈਪਟ ਕਲੀਅਰ ਕਰਨਾ। ਹੁਣ ਅਸੀਂ ਕਿਹਾ ਕਿ ਜਿਹੜਾ ਵੈਪਰ ਪ੍ਰੈਸ਼ਰ ਹੈ ਨਾ ਸੋਲੂਸ਼ਨ ਦਾ, ਉਹ ਕਿਹਦੇ ਕਰਕੇ ਆ? ਓਨਲੀ ਸੋਲਵੈਂਟ ਤੇ ਡਿਪੈਂਡ ਕਰੇਗਾ, ਕਿਉਂਕਿ ਜਿਹੜਾ ਸੋਲਿਊਟ ਹੈ ਦੈਟ ਇਜ਼ ਅ ਨੋਨ ਵੋਲਾਟਾਈਲ ਹੈ, ਉਹਦੇ ਵੇਪਰ ਨਹੀਂ ਬਣਨੇ। ਇਫ ਪੀਏ ਇਜ਼ ਦਾ ਵੈਪਰ ਪ੍ਰੈਸ਼ਰ ਆਫ ਸੋਲਵੈਂਟ, ਜੇ ਪੀਏ ਸੋਲਵੈਂਟ ਦਾ ਵੈਪਰ ਪ੍ਰੈਸ਼ਰ ਹੈ ਤੇ ਐਕਸ ਏ ਉਹਦੀ ਮੋਲ ਫ੍ਰੈਕਸ਼ਨ ਹੈ, ਦੈਨ ਅਕਾਰਡਿੰਗ ਟੂ ਰੌਲਸ ਲਾ, ਤੇ ਰੌਲਸ ਲਾ ਵਿੱਚ ਕੀ ਹੀ? partial pressure of a component equal to partial pressure of pure component multiplied with the mole fraction, that is Raoult's law। ਅਸੀਂ ਪਿੱਛੇ ਪੜ੍ਹ ਆਏ ਹਾਂ, ਬਟ ਹੁਣ ਇਹਦੇ ਵਿੱਚ ਪ੍ਰੈਸ਼ਰ ਜਿਹੜਾ ਬੱਚੇ ਉਹ ਤੇ ਇਕੱਲਾ ਕਿਹਦੇ ਕਰਕੇ ਆ? ਸੋਲਵੈਂਟ ਕਰਕੇ। ਸੋਲਿਊਟ ਤਾਂ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਿਹਾ, ਇਸ ਕਰਕੇ ਟੋਟਲ ਪ੍ਰੈਸ਼ਰ ਕਿਹਦੇ ਬਰਾਬਰ ਹੋ ਗਿਆ? ਪੀ ਏ ਨਾਟ ਇੰਟੂ ਐਕਸ ਏ। ਫਸਟ ਵਨ ਇਕੁਏਸ਼ਨ ਬਣ ਗਈ, ਪੀ ਪ੍ਰੈਸ਼ਰ ਆਫ ਦਾ ਸੋਲੂਸ਼ਨ ਇਕੁਅਲ ਟੂ ਪਿਓਰ ਸੋਲਵੈਂਟ ਦਾ ਪ੍ਰੈਸ਼ਰ, ਠੀਕ ਹੈ, ਇਨਟੂ ਮੋਲ ਫ੍ਰੈਕਸ਼ਨ ਆਫ ਸੋਲਵੈਂਟ। ਇਹ ਮੇਰੇ ਕੋਲ ਫਸਟ ਇਕੁਏਸ਼ਨ ਜਿਹੜੀ ਬਣ ਗਿਆ। ਇਟ ਕੈਨ ਮੇ ਬੀ ਰਿਟਨ ਐਸ, ਇਹਨੂੰ ਮੈਂ ਕਿਵੇਂ ਰਾਈਟ ਕਰ ਸਕਦਾ? ਆ ਦੇਖਿਓ, ਪ੍ਰੈਸ਼ਰ ਆ ਜਿਹੜੀ ਸਾਈਡ ਹੈ ਇਹ ਲੋਵਰ ਆ ਜਾਏਗੀ, ਪੀ ਓਵਰ ਪੀ ਏ ਨਾਟ ਇਕੁਅਲ ਟੂ ਐਕਸ ਏ, ਦੈਟ ਇਜ਼ ਮੋਲ ਫ੍ਰੈਕਸ਼ਨ। ਸਬਸਟ੍ਰੈਕਟਿੰਗ ਈਚ ਸਾਈਡ ਫਰੋਮ ਇਕੁਏਸ਼ਨ, ਇਹਨੂੰ ਇਕੁਏਸ਼ਨ ਨੰਬਰ ਆ ਜਿਹੜੀ ਇਕੁਏਸ਼ਨ ਸਾਡੀ ਕੋਲ ਆਈ ਹੈ ਨਾ ਬੱਚੇ, ਇਹਦੀ ਦੋਨੋਂ ਸਾਈਡਾਂ ਤੋਂ ਅਸੀਂ 1 ਵਿੱਚੋਂ ਮਾਈਨਸ ਕਰਨਾ। ਮੈਂ 1 ਮਾਈਨਸ ਪੀ ਓਵਰ ਪੀ ਏ ਨਾਟ ਕੀਤੀ ਇਕੁਅਲ ਟੂ 1 ਮਾਈਨਸ ਐਕਸ ਏ ਕੀਤੀ, ਇਹਦਾ ਐਲਸੀਐਮ ਲਿਆ, ਪੀ ਏ ਨਾਟ ਹੋ ਗਿਆ, ਪੀ ਏ ਨਾਟ ਮਾਈਨਸ ਪੀ ਏ ਇਕੁਅਲ ਟੂ ਐਕਸ ਬੀ। ਆ ਪਤਾ ਲੱਗ ਗਿਆ ਨਾ ਤੁਹਾਨੂੰ ਕਿਵੇਂ ਆਇਆ? ਬਿਕੋਜ਼ ਐਕਸ ਏ ਪਲਸ ਐਕਸ ਬੀ ਇਕੁਅਲ ਟੂ ਕੀ ਹੁੰਦਾ ਸੀ? 1। ਤੇ ਜੇ ਮੈਂ ਐਕਸ ਬੀ ਦੀ ਵੈਲਿਊ ਕੱਢਾਂਗਾ ਤੇ 1 ਮਾਈਨਸ ਐਕਸ ਏ ਹੋ ਜਾਣਾ, ਤੇ ਇਸ ਕਰਕੇ ਅਸੀਂ 1 ਮਾਈਨਸ ਐਕਸ ਏ ਦੀ ਜਗ੍ਹਾ ਕੀ ਲਿਖ ਲਿਆ ਜੇ? ਐਕਸ ਬੀ ਲਿਖ ਲਿਆ। ਨੈਕਸਟ ਜਿਹੜੀ ਟਰਮ ਆਈ ਹੈ ਨਾ ਸਾਡੇ ਕੋਲ ਬੱਚੇ, ਪੀ ਏ ਨਾਟ ਮਾਈਨਸ ਪੀ ਏ ਓਵਰ ਪੀ ਏ ਨਾਟ, ਦੈਟ ਇਜ਼ ਅ ਰਿਲੇਟਿਵ ਲੋਵਰਿੰਗ ਆਫ ਵੈਪਰ ਪ੍ਰੈਸ਼ਰ। ਇਸ ਟਰਮ ਨੂੰ ਅਸੀਂ ਕੀ ਕਹਿਣਾ? ਰਿਲੇਟਿਵ ਲੋਵਰਿੰਗ ਆਫ ਵੈਪਰ ਪ੍ਰੈਸ਼ਰ। ਤੇ ਜਿਹੜਾ ਰਿਲੇਟਿਵ ਲੋਵਰਿੰਗ ਆਫ ਵੈਪਰ ਪ੍ਰੈਸ਼ਰ ਹੈ ਕਿਹਦੇ ਤੇ ਡਿਪੈਂਡ ਕਰ ਰਿਹਾ ਜੇ? ਦੈਟ ਇਜ਼ ਮੋਲ ਫ੍ਰੈਕਸ਼ਨ ਆਫ ਦਾ ਸੋਲਿਊਟ। ਬਿਕੋਜ਼ ਜਿਹੜਾ ਪ੍ਰੈਸ਼ਰ ਡਿਕਰੀਜ਼ ਹੋ ਰਿਹਾ, ਵੈਪਰ ਪ੍ਰੈਸ਼ਰ ਡਿਕਰੀਜ਼ ਹੋ ਰਿਹਾ, ਕਿਹਦੇ ਕਰਕੇ ਹੋ ਰਿਹਾ? ਓਨਲੀ ਮੋਲ ਫ੍ਰੈਕਸ਼ਨ ਆਫ ਦਾ ਸੋਲਿਊਟ ਕਰਕੇ ਹੋ ਰਿਹਾ ਵਾ। ਦੈਟ ਇਜ਼ ਅ ਰਿਲੇਟਿਵ ਲੋਵਰਿੰਗ ਆਫ ਵੈਪਰ ਪ੍ਰੈਸ਼ਰ। ਤੇ ਮੇਰੇ ਕੋਲ ਰੌਲਸ ਲਾ ਡਰਾਈਵ ਹੋ ਗਿਆ ਜੇ ਫਾਰ ਨੋਨ ਵੋਲਾਟਾਈਲ ਕੰਪੋਨੈਂਟ। ਨੈਕਸਟ ਹੈ ਸਾਡੇ ਕੋਲ ਰੌਲਸ ਲਾ ਇਜ਼ ਇਨ ਮੋਡੀਫਾਈਡ ਫਾਰਮ। ਇਹਦੀ ਇੱਕ ਨਵੀਂ ਡੈਫੀਨੇਸ਼ਨ ਹੈ, ਜੇ ਮੋਡੀਫਾਈਡ ਫਾਰਮ ਵਿੱਚ ਕਹੇਗਾ, may be defined as the relative lowering in vapor pressure of an ideal solution containing non-volatile solute is equal to the mole fraction of the solute at a given temperature।
सेम ही जो डेरीवेशन असी पिछे लिखिया असी आ रिलेटिव लोवरिंग वैपर प्रैशर किते इक्वल की ही मोल फ्रैक्शन दे तो उन्हें क्या रिलेटिव लोवरिंग वैपर प्रैशर किते बराबर होएगी मोल फ्रैक्शन दी होएगी दैट इज़ द रॉड्स लॉ इन मॉडिफाइड फार्म हो गया। ये दो क्वेश्चन मोस्टली रिपीट होंगे ने वन बाय वन कई बार ये क्वेश्चन आ जाता कि रॉड्स ला दा ड्राइव करो फॉर वोलाटाइल कंपोनेंट तो कई बार आ जाता फॉर नॉन वोलाटाइल कंपोनेंट। ये हुण दोनों ही तुसीं खुद तैयार करने ने जो कोई मुश्किल आएगी तो फिर मैनूं दस दिओ। नैक्सट है कई बार क्वेश्चन इस तरह आ जाता डिफरेंसिस दसने हैं या सिमिलैरिटी दसनी है बिटवीन रॉड्स लॉ एंड हैनरीज लॉ। रॉड लॉ तो हैनरी लॉ दोनों ही इक्को ਜਿਹੇ ने दो बोथ आर डिपेंड अपॉन द मोल फ्रैक्शन। ये मोल फ्रैक्शन सल्यूट ते डिपेंड कर रहे हैं। फर्स्ट वन है बोथ रॉड्स लॉ एंड हैनरी लॉ अप्लाई टू वोलाटाइल कंपोनेंट इन सोल्यूशन। ये रॉड लॉ ते हैनरी लॉ दोनों ही किहदे ते डिपेंड करते जे वोलाटाइल वोलाटाइल जिहदे वेपर बनने ने ये उहदे ते डिपेंड करने जे। Second, both laws state that the vapor pressure of one component is proportional to the mole fraction of that component। कि vapor pressure एक component दी किदे equal होएगी mole fraction दे बराबर होएगी। ये तां एदियां similarity हो गया ते difference क्या आ गया रॉड्स लॉ डिफाइंड द प्रोपोर्शनैलिटी कॉन्सटेंट एंड वैपर प्रैशर ऑफ प्योर कंपोनेंट। ये प्योर कंपोनेंट दे विच कॉन्सटेंट हो जाएगा ਜਦੋਂ कि हैनरी लॉ दे विच जिहड़ा प्रोपोर्शनैलिटी कॉन्सटेंट ही उन्हें सम एक्सपैरीमेंटल डिटरमिन वैल्यू गई ही जिन्हों आपां KH नाल रिप्रैजेंट कीता ही हैनरीज कॉन्सटेंट। ये बच्चे साडे कोल एक क्वेश्चन होर तैयार हो गया ये कापी ते लिखनी है वक्रे वक्रे क्वेश्चन बना के लिखने हैं सिमिलैरिटीज़ की ने डिफरेंस की ने बिटवीन रॉड्स लॉ एंड हैनरीज लॉ। कई बार छोटी क्वेश्चन दे विच ये क्वेश्चन इंसर्ट किया जाएगा। नैक्सट है आइडियल एंड नॉन आइडियल सोल्यूशन। हुण आइडियल ते नॉन आइडियल की गल आई है साडे कोल। The binary liquid solution may be classified into two type। binary ਜਿਹਦੇ ਵਿੱਚ ਦੋ ਕੰਪੋਨੈਂਟ ਹੋਣਗੇ ਇਹ liquid ਵਾਲੇ solution ਨੇ ਇਹਨਾਂ ਵਿੱਚ ਇਹ ਦੋ ਤਰ੍ਹਾਂ ਦੇ ਹੋ ਗਏ ਇੱਕ ਬੱਚੇ ਆਈਡੀਅਲ ਤੇ ਦੂਸਰੇ ਨੌਨ ਆਈਡੀਅਲ। ਜਦੋਂ ਤੁਸੀਂ 5ਵੀਂ 6ਵੀਂ 7ਵੀਂ ਚ ਹੋਏ ਹੀ ਉਦੋਂ ਤੁਸੀਂ ਇੱਕ ਐਸੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਆਈਡੀਅਲ ਟੀਚਰ ਆਈਡੀਅਲ ਮਿਨਿਸਟਰ ਸਮਥਿੰਗ है ना। आइडियल मीन जेड़ा तुहाडा आइडियल है जेड़ा सारे कहने मनदा आइडियल स्टूडेंट जेड़ा सारे टीचरां दा कहना मन्ने। सिमिलर आइडियल सोल्यूशन वो ने दैट ओबे रॉड्स लॉ। एन आइडियल सोल्यूशन मे बी डिफाइंड एज द सोल्यूशन विच ओबेस रॉड्स लॉ एग्जैक्टली ओवर द इंटायर रेंज ऑफ कंसनट्रेशन। जिन्नी मर्जी कंसनट्रेशन चेंज हो रही है बच्चे बट वो रॉड्स लॉ नूं ओबे करेगा ही करेगा। In these solution, the intermolecular interaction between the component are of same magnitude as the intermolecular interaction in pure component। इन्हां solution ਦੇ ਵਿੱਚ ਜਿਹੜੇ ਆਪਣੇ ਜੇ ਮੰਨ ਲਓ ਦੋ solution ਬਣੇ ਜਿਹੜੇ ਉਹਦੇ ਆਪਣੇ ਮਾਲੀਕਿਊਲ ਦੇ ਵਿੱਚ ਇੰਟਰੈਕਸ਼ਨ ਆ ਸੇਮ ਹੀ ਉਹਦੀਆਂ ਨਾਲ ਦੇ ਕੰਪੋਨੈਂਟ ਪ੍ਰਤੀ ਵੀ ਇੰਟਰੈਕਸ਼ਨ ਸੇਮ ਹੋਣਗੀਆਂ। ਇਹੀ ਕਾਰਨ ਹੈ ਕਿ ਉਹ ਆਈਡੀਅਲ solution ਹੋਣਗੇ। आइडियल सोल्यूशन हैव द करैक्टरिस्टिक्स। हुण आइडियल सोल्यूशन दियां किहड़ियां किहड़ियां करैक्टरिस्टिक्स ने। फर्स्ट वन हीट चेंज ऑन मिक्सिंग इज जीरो। देयर इज नो चेंज इन द मैग्नीट्यूड ऑफ अट्रैक्टिव फोर्सेस इन द टू कंपोनेंट present the heat change on mixing must be zero। इन्हां दे विच बच्चे आइडियल सोल्यूशन विच डेल्टा एच मिक्सिंग डेल्टा दा मीनिंग है चेंज इन इंथैल्पी ऑन मिक्सिंग किहदे इक्वल होएगी जीरो दे इक्वल होएगी। ठीक है कोई चेंज नहीं होएगा। सैकेंड है वॉल्यूम चेंज ऑन मिक्सिंग इज जीरो। तो जे मैं वॉल्यूम चेंज करदा ठीक है आइडियल सोल्यूशन द वॉल्यूम ऑफ सोल्यूशन इज द सम ऑफ वॉल्यूम ऑफ द कंपोनेंट्स बिफोर मिक्सिंग देयर इज नो चेंज इन वॉल्यूम। तो ये भी वॉल्यूम चेंज नहीं होएगी वो भी साढ़े कोल किहदे इक्वल रहेगी दैट इज डेल्टा वी मिक्सिंग change in volume on mixing equal to zero that is a ideal solution। ये ideal solution तो तुसीं कर लियो बाकी असीं फिर next करांगे। थैंक यू।